ਬਾਦਲਾਂ ਦੀਆਂ ਬੱਸਾਂ ਉੱਤੇ ਰਾਜਾ ਵੜਿੰਗ ਦੀ ਅੱਖ। ਵੱਡੇ ਐਕਸ਼ਨ ਦੀ ਤਿਆਰੀ 'ਚ ਰਾਜਾ ਵੜਿੰਗ। ਜੋ ਸਿੱਧੂ ਨਹੀਂ ਕਰ ਸਕੇ ਕਿ ਉਹ ਕਰਨਗੇ ਰਾਜਾ ਵੜਿੰਗ। ਬਾਦਲਾਂ ਦੇ ਬਿਜ਼ਨਸ ਤੇ ਅੱਖ ਤਾਂ ਕਈਆਂ ਦੀ ਹੈ। ਉਹਨਾਂ ਦੀ ਨਕੇਲ ਕੱਸਣ ਦੇ ਵਾਅਦੇ ਕਰਕੇ ਕਾਂਗਰਸ ਦੇ ਕਈ ਲੀਡਰ ਰਾਜਨੀਤੀ ਵਿੱਚ ਆਪਣੀ ਪੈਠ ਜਮਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ, ਪਰ ਜਦੋਂ ਗੱਲ ਐਕਸ਼ਨ ਦੀ ਆਉਂਦੀ ਹੈ ਤਾਂ ਕਈ ਮੈਦਾਨ ਵੀ ਛੱਡ ਜਾਂਦੇ ਨੇ। ਸਿੱਧੂ ਚਾਹੇ ਰੋਲਾ ਪਾ ਰਹੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਪਰ ਉਹਨਾਂ ਨੂੰ ਰਾਜਾ ਵੜਿੰਗ ਤੋਂ ਸੇਧ ਲੈ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ 2 ਦਿਨਾਂ ਦੇ ਵਿੱਚ ਹੀ ਪ੍ਰਾਈਵੇਟ ਬੱਸਾਂ ਦੀ ਰਫ਼ਤਾਰ ਠੱਪਣ ਦਾ ਐਲਾਨ ਕਰ ਦਿੱਤਾ। ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਘਰਾਣਿਆਂ ਦੀਆਂ ਪ੍ਰਾਈਵੇਟ ਬੱਸਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਆਪਣੀ ਪਹਿਲੀ ਹੀ ਬੈਠਕ ਵਿੱਚ ਉਹਨਾਂ ਨੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਦੌਰਾਨ ਹੀ ਰਾਜਾ ਵੜਿੰਗ ਨੇ ਬੱਸਾਂ ਦੇ ਟਾਈਮ ਟੇਬਲ ਬਦਲਣ ਦਾ ਹੁਕਮ ਦਿੱਤਾ ਹੈ। ਉਹਨਾਂ ਅਫਸਰਾਂ ਨੂੰ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਦਿੱਤੇ ਮਲਾਈਦਾਰ ਟਾਈਮ ਦੀ ਨਜ਼ਰਸਾਨੀ ਕੀਤੀ ਜਾਵੇ। ਦੱਸ ਦਈਏ ਕਿ ਹੁਣ ਤੱਕ ਮੀਡੀਆ ਵਿੱਚ ਚਰਚਾ ਰਹੀ ਹੈ ਕਿ ਵੱਧ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਨੇ। ਇਹ ਪ੍ਰਾਈਵੇਟ ਬੱਸਾਂ ਸਿਆਸੀ ਰਸੂਖ ਵਾਲਿਆਂ ਦੀਆਂ ਨੇ, ਇਸ ਲਈ ਕੋਈ ਅਫਸਰ ਟਾਈਮ ਟੇਬਲ ਨਾਲ ਛੇੜਛਾੜ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਰਾਜਾ ਵੜਿੰਗ ਨੇ ਪਹਿਲੀ ਹੀ ਮੀਟਿੰਗ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਟਾਈਮ ਟੇਬਲ ਬਦਲੇ ਜਾਣ ਤੇ ਸਰਕਾਰੀ ਬੱਸਾਂ ਨੂੰ ਸਹੀ ਟਾਈਮ ਦਿੱਤੇ ਜਾਣ। ਟਰਾਂਸਪੋਰਟ ਮੰਤਰੀ ਨੇ ਫੁਰਤੀ ਵਿਖਾਉਂਦਿਆਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਨਵੇਂ ਟਾਈਮ ਟੇਬਲਾਂ ਦੀਆਂ ਤਜਵੀਜ਼ਾਂ ਬਣਾ ਕੇ ਦੇਣ ਲਈ ਕਿਹਾ ਹੈ, ਤਾਂ ਜੋ ਸਾਰੀਆਂ ਬੱਸਾਂ ਨੂੰ ਅੱਡਿਆਂ ਤੋਂ ਬਰਾਬਰ ਸਮਾਂ ਮਿਲ ਸਕੇ। ਟਰਾਂਸਪੋਰਟ ਮੰਤਰੀ ਨੇ ਆਗਾਮੀ 2 ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ 'ਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਸੂਬੇ ਦੇ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਤੇ ਆਰਟੀਏ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬੀਤੇ ਲੰਬੇ ਸਮੇਂ ਤੋਂ ਜਿਨ੍ਹਾਂ ਟਰਾਂਸਪੋਰਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਹਨਾਂ ਤੋਂ ਟੈਕਸ ਉਗਰਾਹੀ ਤੇਜ਼ ਕੀਤੀ ਜਾਵੇ ਤੇ ਟੈਕਸ ਦੇਣ ਤੋਂ ਆਨਾਕਾਨੀ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਆਪਣੀ ਡਿਊਟੀ ਬਿਨਾਂ ਕਿਸੇ ਡਰ ਤੋਂ ਕਰਨ, ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਿਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਉਹਨਾਂ ਅਧਿਕਾਰੀਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਵਿੱਚ ਵੀ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਤੁਹਾਨੂੰ ਦੱਸ ਦਈਏ ਕਿ ਜੇ ਇਹਨਾਂ ਪ੍ਰਾਈਵੇਟ ਬੱਸਾਂ ਉੱਤੇ ਕਾਰਵਾਈ ਹੁੰਦੀ ਹੈ ਤਾਂ ਬਾਦਲ ਪਰਿਵਾਰ ਮੁਸ਼ਕਿਲ ਵਿੱਚ ਆ ਸਕਦਾ ਹੈ, ਕਿਉਂਕਿ ਸੂਬੇ ਦੇ 60% ਟਰਾਂਸਪੋਰਟ ਬਿਜ਼ਨਸ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਅੱਜ ਚਾਹੇ ਬਾਦਲ ਪਰਿਵਾਰ ਦੀਆਂ ਬੱਸਾਂ ਦਾ ਕਾਫਲਾ ਹਜ਼ਾਰਾਂ ਵਿੱਚ ਹੈ, ਪਰ ਇਹ ਸਫ਼ਰ ਸਾਲ 2007 ਵਿੱਚ 10 ਬੱਸਾਂ ਦੇ ਨਾਲ ਸ਼ੁਰੂ ਹੋਇਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਆਖਿਰ 10 ਬੱਸਾਂ ਤੋਂ ਹਜ਼ਾਰਾਂ ਬੱਸਾਂ ਕਿਵੇਂ ਬਣੀਆਂ। ਬਾਦਲ ਪਰਿਵਾਰ ਦੀ ਕਮਾਈ ਕਰੋੜਾਂ ਵਿੱਚ ਹੈ। ਉਹ ਰਾਜਨੀਤੀ ਤੋਂ ਇਲਾਵਾ ਟਰਾਂਸਪੋਰਟ, ਮੀਡੀਆ, ਹੋਟਲਾਂ ਤੇ ਊਰਜਾ ਦੇ ਬਿਜ਼ਨਸ ਵਿੱਚ ਨਿਵੇਸ਼ ਕਰਦੇ ਨੇ। 6 ਬੱਸ ਕੰਪਨੀਆਂ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਜੋ ਸਾਲਾਨਾ ਕਰੋੜਾਂ ਕਮਾਉਂਦੀਆਂ ਨੇ। ਬਾਦਲ ਪਰਿਵਾਰ ਦੇ ਕਰੀਬੀ ਇਸ ਬਿਜ਼ਨਸ ਵਿੱਚ ਸ਼ਾਮਲ ਨੇ, ਜਿਨ੍ਹਾਂ ਨੂੰ ਉੱਚੇ ਅਹੁਦੇ ਅਤੇ ਹਿੱਸੇਦਾਰੀਆਂ ਦਿੱਤੀਆਂ ਗਈਆਂ ਨੇ। ਸਮੇਂ-ਸਮੇਂ ਤੇ ਬਾਦਲ ਪਰਿਵਾਰ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਨਿੱਜੀ ਬੱਸਾਂ ਦੇ ਬਿਜ਼ਨਸ ਨੂੰ ਹੁਲਾਰਾ ਦੇਣ ਲਈ ਕਈ ਕਦਮ ਚੁੱਕੇ, ਜਿਸ ਨਾਲ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਬੱਸਾਂ ਦੀ ਦੁਰਦਸ਼ਾ ਹੁੰਦੀ ਗਈ। 2007 ਵਿੱਚ ਬੱਸਾਂ ਨਾਲ ਬਾਦਲਾਂ ਨੇ ਟਰਾਂਸਪੋਰਟ ਬਿਜ਼ਨਸ ਸ਼ੁਰੂ ਕੀਤਾ ਸੀ। ਹੁਣ ਬਾਦਲ ਫੈਮਿਲੀ ਹਜ਼ਾਰਾਂ ਬੱਸਾਂ ਆਪਰੇਟ ਕਰਦੀ ਹੈ, ਜਿਨ੍ਹਾਂ ਵਿੱਚ ਸੈਕਿੰਡ ਲਗਜ਼ਰੀ ਕੋਚ ਵੀ ਸ਼ਾਮਲ ਨੇ। 2007 ਵਿੱਚ ਅਕਾਲੀ ਭਾਜਪਾ ਨੇ ਸੱਤਾ ਵਿੱਚ ਆਉਂਦਿਆਂ ਹੀ ਪ੍ਰਾਈਵੇਟ ਕੰਪਨੀਆਂ ਨੂੰ ਲਗਜ਼ਰੀ ਬੱਸਾਂ ਦੇ ਪਰਮਿਟ ਦੇਣੇ ਸ਼ੁਰੂ ਕੀਤੇ। ਟਰਾਂਸਪੋਰਟ ਇੰਡਸਟਰੀ ਨੂੰ ਟੈਕਸ ਤੋਂ ਛੋਟਾਂ ਦੇਣ ਲਈ ਕਈ ਕਦਮ ਚੁੱਕੇ ਗਏ। ਨਵੀਂ ਟੈਕਸ ਪਾਲਿਸੀ ਲਿਆਂਦੀ ਗਈ, ਜਿਸ ਅਨੁਸਾਰ ਜਿੰਨੀ ਮਹਿੰਗੀ ਬੱਸ ਉਨਾ ਥੋੜਾ ਟੈਕਸ। ਲਗਜ਼ਰੀ ਬੱਸਾਂ ਨੂੰ 150 ਦਿਨਾਂ ਲਈ ਟੈਕਸ ਤੋਂ ਛੋਟ ਦਿੱਤੀ ਗਈ। 2017 ਚ ਚੋਣਾਂ ਤੋਂ ਪਹਿਲਾਂ ਹੀ ਬਾਦਲਾਂ ਨੇ ਪ੍ਰਾਈਵੇਟ ਬੱਸਾਂ ਟਰਾਂਸਪੋਰਟਰਾਂ ਦੇ ਰੂਟ ਪਰਮਿਟ ਐਕਸਟੈਂਡ ਕਰਵਾ ਲਏ ਸੀ।
ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਨੇ ਇਲਜ਼ਾਮ ਲਗਾਏ ਕਿ ਸਰਕਾਰੀ ਬੱਸਾਂ ਦੇ ਆਪਰੇਸ਼ਨਲ ਸ਼ੈਡਿਊਲ ਜਾਣ ਬੁੱਝ ਕੇ ਆਪਣੀਆਂ ਬੱਸਾਂ ਨੂੰ ਦਿੱਤੇ ਗਏ, ਯਾਨੀ ਕਿ ਜ਼ਿਆਦਾ ਸਵਾਰੀਆਂ ਵਾਲੀ ਟਾਈਮਿੰਗ ਤੇ ਰੂਟ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਦਿੱਤੇ ਗਏ। ਬਾਦਲ ਸਰਕਾਰ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਆਪਣੇ ਨਿੱਜੀ ਫਾਇਦੇ ਲਈ ਸੂਬੇ ਦੀ ਟਰਾਂਸਪੋਰਟ ਪਾਲਿਸੀ ਨੂੰ ਬਦਲਿਆ। हैरानी की कोई गल नहीं है क्योंकि बादल प्यो पुत दा सूबे दियां प्राइवेट बस सर्विस ते 60% उत्ते कब्जा है। जिन्हां बस कंपनियां च बादल दी मलकीयत ते शेयर ने उन्हां दी गल करिए तां उन्हां चों ऑर्बिट ट्रांसपोर्ट मुख्य है। 2012 विच सुखबीर दे ऑर्बिट रिसोर्ट कंपनी ने ऑर्बिट एविएशन दा कंट्रोल लिया। ਅੱਜ ऑर्बिट एविएशन पंजाब ਦੀਆਂ ਵੱਡੀਆਂ ट्रांसपोर्ट कंपनियां ਚੋਂ ਇੱਕ ਹੈ। ਇਸ ਦੇ ਡਾਇਰੈਕਟਰ ਗੁਰਮੇਹਰ ਸਿੰਘ ਮਚੀਠੀਆ ਨੇ ਜੋ ਹਰਸਿਮਰਤ ਬਾਦਲ ਦੇ ਵੱਡੇ ਭਰਾ ਨੇ। ਇਸ ਤੋਂ ਇਲਾਵਾ ਮੁਹੰਮਦ ਜ਼ਮੀਲ ਤੇ ਮੁਹੰਮਦ ਰਾਫੀਕ ਵੀ ਇਸ ਦੇ ਡਾਇਰੈਕਟਰ ਨੇ ਜੋ ਬਾਦਲ ਪਰਿਵਾਰ ਦੇ ਕਾਫੀ ਕਰੀਬੀ ਨੇ। ऑर्बिट ਬੱਸ ਉਦੋਂ ਵਿਵਾਦਾਂ ਵਿੱਚ ਆਈ ਜਦੋਂ 2015 ਵਿੱਚ ਮੋਗਾ ਵਿੱਚ ਇੱਕ 13 ਸਾਲ ਦੀ ਬੱਚੀ ਨੂੰ ऑर्बिट ਬੱਸ ਦੇ ਕੰਡਕਟਰ ਨੇ ਬੱਸ ਤੋਂ ਹੇਠਾਂ ਸੁੱਟ ਦਿੱਤਾ ਜਿਸ ਨਾਲ ਬੱਚੀ ਦੀ ਮੌਤ ਹੋ ਗਈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ FIR ਤੱਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਨੀ ਪਈ। ਇਸ ਤੋਂ ਇਲਾਵਾ ਬਾਦਲ ਪਰਿਵਾਰ ਦੇ ਫਲੀਟ ਵਿੱਚ ਤਾਜ ਟਰੈਵਲਸ ਵੀ ਸ਼ਾਮਲ ਹੈ। ताज ट्रैवल्स भी बादलों के कंट्रोल अधीन है जो लग्जरी मर्सिडीज ते बेंज कोच गड्डियां चला रही है। इस कंपनी के 97% शेयर लखवीर सिंह लखी कोल ने। ताज ट्रैवल्स कंपनी के पेपरां उत्ते बादलों के घर का एड्रैस है। 2012 च लखवीर लखी कोल ताज ट्रैवल्स के 56.63% शेयर सी। गुरदीप सिंह कोल ताज ट्रैवल्स के 43.23% शेयर सी। डब वाली ट्रांसपोर्ट भी बादल परिवार के कंट्रोल अधीन है। सुखबीर कोल इस कंपनी के 99.74% शेयर ने। जमील ते रफीक बादल की डब वाली ट्रांसपोर्ट कंपनी के डायरैक्टर ने। जमील ते रफीक बादलों के होर 10 बिजनेस के विच भी शामिल ने। इंदिरा गांधी इंटरनेशनल एयरपोर्ट तक जाने वालियां इंडो कनेडियन ट्रांसपोर्ट दीयां बसां उत्ते भी बादल परिवार का एकाधिकार है। बादलों के करीबी लखबीर ते जगपाल इस कंपनी च डायरैक्टर ने। 2010 विच सरकार दी पंजाब रोडवेज ने दुआबा खेतर नूं दिल्ली एयरपोर्ट नाल जोड़न लई बस सर्विस शुरू कीती सी पर 2012 विच बादल सरकार वल्लों इस नूं गैर व्यवहारक टूर ऐलान के बादलों दीयां इंडो कनेडियन बसां नूं ਉਹ रूट अलाट करन दी जल्दबाजी विच सरकारी बसां नूं सर्विस तो हटा दिता गया। ये सरकारी ट्रांसपोर्ट लई झटका सी जो उस समय इस रूट नाल काफ़ी फायदे विच जा रही सी। पंजाब रोडवेज जिथे इस रूट लई 650 रुपए चार्ज करदी सी उत्थे इंडो कनेडियन बस 2600 रुपए चार्ज करन लगी पर कोई होर बस सर्विस ना होने कारण लोकां कोल कोई होर विकल्प नहीं सी बचदा। हर रोज़ इस रूट उत्ते इंडो कनेडियन ट्रांसपोर्ट दीयां 10 बसां जांदियां ने। दो 2019 बादलों की कंपनी मैट्रो इको ग्रीन रिजॉर्ट्स ने ओंकार बस सर्विस नूं एक्वायर किया जिस नाल बादलों दीयां बसां विच 28 बसां दा फलीट शामिल हो गया। ये दुआबा खेतर च पंजाब की सब तो पुरानी बस कंपनियां चों एक है। पंजाब रोडवेज तो बाद जलंधर नवां शहर रूट ते सब तो वध यही बस चलती है। इस तो इलावा राजधानी ट्रांसपोर्ट ते हुशियारपुर आजाद बस सर्विस भी बादलों ने एक्वायर कर लई सी। राजधानी मिला के बादलों के ट्रांसपोर्ट बिजनेस विच 120 होर बसां शामिल हो गईयां सी। इस तो इलावा बादल परिवार के करीबी लखबीर ते जगपाल दे होर वड्डियां ट्रांसपोर्ट कंपनियां शाने पंजाब ते हरगोबिंद दे ट्रैवल्स के डायरैक्टर ने। यानी कि ट्रांसपोर्ट खेत्र विच सीधे असीधे तौर ते बादल परिवार का दबदबा है ते हुण जदों प्राइवेट बस कंपनियां ते नकेल कसी जाएगी तो जाहिर है कि राजा वड़िंग सीधा बादल परिवार ते निशाना लगाउण दी कोशिश कर रहे हैं। ब्यूरो रिपोर्ट
ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।